ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ ਤੇ ਅਸੀਂ ਰਿਜ਼ਿਊਮ ਕਰਦੇ ਹਾਂ ਆਪਣੀ ਸੀਰੀਜ਼ ਪੰਜਾਬ ਜੀਕੇ ਮੈਰਾਥਨ MCQ ਸੀਰੀਜ਼। ਠੀਕ ਹੈ, ਪਿਛਲੇ 2 ਲੈਕਚਰ ਤੁਹਾਡੇ ਅਸ਼ਮੀਤ ਸਰ ਨੇ ਲਏ ਹੈ ਤੇ ਆਈ ਐਮ ਹੋਪਿੰਗ that ਇਹਨਾਂ ਨੇ ਕੁਝ ਵੈਲਿਊ ਐਡ ਕੀਤੀ ਹੈ ਤੁਹਾਡੀ ਤਿਆਰੀ ਦੇ ਲਈ। ਬਸ ਤੁਸੀਂ ਇੱਕ ਕੰਮ ਕਰਨਾ ਹੈ, ਮੈਂ ਹਮੇਸ਼ਾ ਇਹ ਚੀਜ਼ ਰਿਪੀਟ ਕਰਦਾ ਕਿ ਤੁਸੀਂ ਬਸ 20 ਮਿੰਟ ਦੇਣੇ ਆ ਸ਼ਾਮ ਦੇ, ਠੀਕ ਹੈ, ਤੇ ਤੁਹਾਡਾ ਪੰਜਾਬੀ ਜੀਕੇ ਦਾ ਪੋਰਸ਼ਨ ਪੂਰਾ ਕੰਪਲੀਟ ਹੋ ਜਾਣਾ ਹੈ, ਸਿਲੇਬਸ ਵੀ ਕੰਪਲੀਟ ਹੋ ਜਾਏਗਾ ਨਾਲ ਦੇ ਨਾਲ ਤੇ MCQ ਪ੍ਰੈਕਟਿਸ ਵੀ ਹੋ ਜਾਣੀ ਹੈ। ਠੀਕ ਹੈ, ਤਾਂ ਮੇਕ ਸ਼ੋਰ that you make this lecture series a part of your daily routine। ਇਹ ਤੁਹਾਡੇ ਡੇਲੀ ਰੂਟੀਨ ਦਾ ਹਿੱਸਾ ਹੋਣਾ ਚਾਹੀਦਾ ਹੈ। ਤੁਸੀਂ ਦੇਖੋਗੇ 1-2 ਮਹੀਨਿਆਂ ਦੇ ਬਾਅਦ ਠੀਕ ਠਾਕ MCQ ਪ੍ਰੈਕਟਿਸ ਐਕਿਊਮੂਲੇਟ ਹੋ ਜਾਣੀ ਹੈ, ਕਿਉਂਕਿ ਅਸੀਂ ਦਿਨ ਦੇ 10 ਕੁਐਸਚਨ ਕਰ ਰਹੇ ਹਾਂ। ਠੀਕ ਹੈ, ਚਲੋ ਫਿਰ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ ਫਰਸਟ ਕੁਐਸਚਨ ਨਾਲ। ਆਲਰਾਈਟ, ਕੁਐਸਚਨ ਨੰਬਰ 1, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਅੱਛਾ ਹਾਂ, ਇੱਕ ਹੋਰ ਗੱਲ ਦੇਖੋ, ਤੁਸੀਂ ਯਾਦ ਰੱਖੋ ਸਿਰਫ ਹਿਸਟਰੀ ਤੇ ਹੀ ਸਾਡਾ ਫੋਕਸ ਨਹੀਂ ਹੈ, ਪੰਜਾਬ ਜੀਕੇ ਹੈ ਪੂਰੀ, ਸਾਰਾ ਕੁਝ ਅਸੀਂ ਕਵਰ ਕਰਾਂਗੇ, ਪੰਜਾਬ এনवायरमेंट, ਜੀਓਗ੍ਰਾਫੀ, ਇਕਨੋਮੀ, ਪੋਲਿਟੀ, ਹਿਸਟਰੀ, ਸਾਰਾ ਕੁਝ ਪੰਜਾਬ ਦਾ। ਤਾਂ ਤੁਸੀਂ ਦੇਖੋਗੇ ਅੱਜ ਦੇ ਜਿਹੜੇ MCQs ਹੈਗੇ ਆ ਉਸ ਦੇ ਵਿੱਚ ਹਿਸਟਰੀ ਦਾ ਪੋਰਸ਼ਨ ਥੋੜਾ ਘੱਟ ਹੈ ਰੱਖਿਆ ਸੀ, ਬਾਕੀ ਪੋਰਸ਼ਨ ਜ਼ਿਆਦਾ ਰੱਖਿਆ ਬਿਕੋਜ਼ ਉਹ ਵੀ ਤਾਂ ਕਰਨਾ ਆਪਾਂ ਨੇ। ਕਲੀਅਰ? ਚਲੋ ਖੈਰ, ਪਹਿਲਾ ਕੁਐਸਚਨ ਹਿਸਟਰੀ ਦਾ ਹੈ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966। ਤੁਹਾਨੂੰ ਪਤਾ ਹੈ ਕਿ 1966 ਤੋਂ ਪਹਿਲਾਂ ਪੰਜਾਬ ਦੀ ਜਿਹੜੀ ਸਟੇਟ ਸੀਗੀ ਉਸ ਦੇ ਵਿੱਚ ਹਰਿਆਣਾ ਵੀ ਸੀਗਾ ਤੇ ਕਈ ਟੈਰੀਟਰੀ ਸੀਗੀ ਹਿਮਾਚਲ ਪ੍ਰਦੇਸ਼ ਦੀ ਵੀ, ਇੰਕਲੂਡਿੰਗ ਸ਼ਿਮਲਾ। ਠੀਕ ਹੈ, ਉਹ ਪੰਜਾਬ ਦਾ ਹੀ ਹਿੱਸਾ ਸੀਗਾ। ਹਾਂ, ਆਫਟਰ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਇਹ 3 ਸਟੇਟਸ ਬਣ ਗਈ। Clear? Chalo. Consider the following statements. It was due to the result of Punjabi Suba movement led by Akali Dal. Okay. It led to the creation of 3 separate states of present-day Punjab, Haryana, Himachal Pradesh, with Chandigarh as a joint capital. Now, which of the following are correct? ਇਹਨਾਂ ਦੋਵਾਂ ਚੋਂ ਕਿਹੜੀ ਸਟੇਟਮੈਂਟ ਕਰੈਕਟ ਹੈ? ਦੇਖੋ, ਪੰਜਾਬ ਰੀਆਰਗੇਨਾਈਜੇਸ਼ਨ ਐਕਟ, why Punjab Reorganization Act came into being? ਇਹ ਬਣਿਆ ਕਿਉਂ? ਠੀਕ ਹੈ, ਪ੍ਰੈਜ਼ੈਂਟ ਡੇ ਪੰਜਾਬ ਬਣਿਆ ਕਿਉਂ? ਬਿਕੋਜ਼ ਅਕਾਲੀ ਦਲ ਤੇ ਹੋਰ ਬੰਦਿਆਂ ਦੀ, ਹੋਰ ਪਾਰਟੀਆਂ ਦੀ ਡਿਮਾਂਡ ਸੀਗੀ ਕਿ ਦੇਖੋ ਇੱਕ ਤੁਸੀਂ ਪੰਜਾਬ ਸਟੇਟ ਬਣਾਓ ਜਿਸ ਦੇ ਵਿੱਚ ਪੰਜਾਬੀ ਸਪੀਕਿੰਗ ਪੋਪੂਲੇਸ਼ਨ ਹੋਣੀ ਚਾਹੀਦੀ ਹੈ, ਬਿਕੋਜ਼ ਹਰਿਆਣੇ ਦੇ ਵਿੱਚ ਤਾਂ ਹਿੰਦੀ ਸਪੀਕਿੰਗ ਪੋਪੂਲੇਸ਼ਨ ਸੀਗੀ, ਤਾਂ ਉਹ ਕਾਹਦਾ ਪੰਜਾਬ ਹੋਇਆ ਜਿਸ ਦੇ ਵਿੱਚ ਹਿੰਦੀ ਸਪੀਕਿੰਗ ਪੋਪੂਲੇਸ਼ਨ ਵੀ ਹੈ ਤੇ ਪੰਜਾਬੀ ਸਪੀਕਿੰਗ ਪੋਪੂਲੇਸ਼ਨ ਵੀ ਹੈ। ਵੀ ਨੀਡ ਅ ਸੈਪਰੇਟ ਸਟੇਟ ਫॉर ਪੰਜਾਬੀ ਸਪੀਕਿੰਗ ਪੋਪੂਲੇਸ਼ਨ। ਇਸ ਨੂੰ ਉਹਨਾਂ ਨੇ ਕਿਹਾ ਪੰਜਾਬੀ ਸੂਬਾ ਮੂਵਮੈਂਟ। ਠੀਕ ਹੈ, ਤੇ ਇਹਦੇ ਰੂਟਸ ਜਿਹੜੇ ਸੀਗੇ ਉਹ ਪ੍ਰੀ 1947 ਦੇ ਸੀਗੇ। ਖੈਰ, ਇਹ ਮੂਵਮੈਂਟ ਚੱਲ ਰਹੀ ਸੀ, ਇਹ ਡਿਮਾਂਡ ਸਟਰੋਂਗ ਹੁੰਦੀ ਗਈ। ਠੀਕ ਹੈ, ਇਸੇ ਕਰਕੇ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਾਇਆ ਤੇ ਇਹਨਾਂ ਨੇ ਹਰਿਆਣਾ ਅਲੱਗ ਕਰਤਾ, ਹਰਿਆਣਾ ਬਣ ਗਿਆ ਤੇ ਹਿਮਾਚਲ ਪ੍ਰਦੇਸ਼ ਦੀ ਜਿਹੜੀ UT ਸੀਗੀ ਉਸ ਨੂੰ ਕੁਝ ਟੈਰੀਟਰੀਜ਼ ਦੇਤੀਆਂ ਪੰਜਾਬ ਦੀ, ਤਾਂ ਹਿਮਾਚਲ ਦੀ UT ਬਣ ਗਈ। That happened in 1966. Now, ਇਹ ਜਿਹੜੀ ਪੰਜਾਬੀ ਸੂਬਾ ਮੂਵਮੈਂਟ ਸੀਗੀ, it was led by ਅਕਾਲੀ ਦਲ। ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ। ਦੂਜੀ ਸਟੇਟਮੈਂਟ ਗਲਤ ਹੈ। Why? It led to the creation of 3 separate states. No, it led to the creation of 2 states only. 2 states ਕਿਹੜੀਆਂ ਹੈਗੀਆਂ? ਪੰਜਾਬ ਤੇ ਆਪਣੀ ਹਰਿਆਣਾ, ਤੇ ਇੱਕ UT ਸੀਗੀ, ਆਲਰੇਡੀ ਐਗਜ਼ਿਸਟਿੰਗ UT ਸੀਗੀ ਹਿਮਾਚਲ ਪ੍ਰਦੇਸ਼ ਨਾਮ ਦੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 1971 ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ UT ਸੀਗਾ। ਪੰਜਾਬ ਦੇ ਕੁਝ ਹਿਲੀ ਏਰੀਆਜ਼ ਨੂੰ ਇਹਨਾਂ ਨੇ, ਜਿੱਦਾਂ ਕਿ ਬਿਲਾਸਪੁਰ ਵਗੈਰਾ ਹੋ ਗਿਆ, ਉਹ ਹਿਮਾਚਲ UT ਨੂੰ ਦੇਤੇ। ਹਾਂ, ਫਿਰ 1971 ਦੇ ਵਿੱਚ ਹਿਮਾਚਲ ਪ੍ਰਦੇਸ਼ ਨੂੰ ਸਟੇਟ ਦੇਤਾ, ਸਟੇਟਹੁੱਡ ਦੇਤਾ, but it was not a state in 1966। ਠੀਕ ਹੈ, ਤੇ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਥੋੜੀ ਹੈ। ਕਲੀਅਰ? ਇਸ ਕਰਕੇ this statement is false. It led to the, ये statement पता है कब सही हुंदी? It led to the creation of 3 separate states of present day Punjab, Haryana and a UT. It led to the creation of 2 separate states of Punjab, Haryana and a UT, Himachal Pradesh, with Chandigarh joint capital of Punjab, Haryana. ठीक है? खैर, इस क्वेश्चन का आंसर हैगा A. Clear जी? चलो, statement number 2. Which of the following statements regarding Akali movement is incorrect? ਅਕਾਲੀ ਮੂਵਮੈਂਟ ਜਿਹਦੇ ਕਰਕੇ SGPC ਬਣੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਅਕਾਲੀ ਮੂਵਮੈਂਟ ਕੀ ਸੀਗੀ ਕਿ ਗੁਰਦੁਆਰਾਸ ਦੀ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਥੋੜੀ ਡੈਮੋਕ੍ਰੈਟਿਕ ਹੋਣੀ ਚਾਹੀਦੀ ਹੈ, ਬਿਕੋਜ਼ ਉਸ ਵੇਲੇ the management of ਗੁਰਦੁਆਰਾਸ were in the hands of
ਕਰਪਟ ਮਹੰਤਸ, ਠੀਕ ਹੈ। ਇਸ ਕਰਕੇ ਇੱਕ ਨਾਨ ਵਾਇਲੈਂਟ ਮੂਵਮੈਂਟ ਸਟਾਰਟ ਕੀਤੀ ਸੀਗੀ 1920 ਦੇ ਨੇੜੇ ਤੇੜੇ, ਅਕਾਲੀ ਮੂਵਮੈਂਟ, ਠੀਕ ਹੈ। ਨਾਓ ਕਿਹੜੀ ਸਟੇਟਮੈਂਟ ਗਲਤ ਹੈ? ਇਟ ਪ੍ਰੋਵਾਈਡਡ ਸਪੋਰਟ ਟੂ ਨੈਸ਼ਨਲਿਸਟ ਨਾਨ ਕੋਆਪਰੇਸ਼ਨ ਮੂਵਮੈਂਟ, ਗਾਂਧੀ ਜੀ ਦੀ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਸਪੋਰਟ ਕੀਤਾ ਸੀ ਅਕਾਲੀ ਮੂਵਮੈਂਟ ਨੇ, ਬਿਲਕੁਲ ਸਹੀ। The Singh Sabha movement took the side of Udasi Mahants in this conflict, एक गलत स्टेटमेंट है। देखो इनफैक्ट सिंह सभा लाहौर जेड़ी सीगी, सिंह सभा मूवमेंट जेड़ी सीगी, ठीक है, 1919 दे विच, मार्च 1919 दे विच सिंह सभा जेड़ा लाहौर दी सीगी उन्हां ने बनाई सेंट्रल सिख लीग, ते उसने डिमांड करी कि यार ਜਿਹੜੀ ਗੁਰਦੁਆਰਾ ਦੀ ਮੈਨੇਜਮੈਂਟ ਹੈਗੀ ਹੈ ਉਹ ਡੈਮੋਕ੍ਰੈਟਿਕ ਹੋਣੀ ਚਾਹੀਦੀ ਹੈ, ਮਹੰਤ ਦੇ ਕੋਲ ਨਹੀਂ ਹੋਣੀ ਚਾਹੀਦੀ ਹੈ, ਠੀਕ ਹੈ। ਸੋ ਸਿੰਘ ਸਭਾ ਮੂਵਮੈਂਟ along with Central Sikh League was against, they did not take side of Udasi Mahants, they protested against Udasi Mahants, ठीक है, who were in charge of गुरुद्वारास, ठीक है। तो ये स्टेटमेंट गलत है। अकाली दल was founded in अमृतसर in December 1920, यही सेंट्रल सिख लीग अकाली दल बना गई, ठीक है। ननकाना मैसेकर हैपेंड ड्यूरिंग दिस मूवमेंट, ननकाना साहिब गुरुद्वारे दे विच एक मैसेकर होया सी बिकॉज ਉਹ प्रोटेस्ट ਕਰਨ ਜਾ ਰਹੇ ਸੀ, 100 ਲੋਕਾਂ ਦਾ ਜੱਥਾ ਸੀਗਾ, ਚਲੇ ਗਿਆ ਨਨਕਾਣਾ ਸਾਹਿਬ, ਤੇ ਉੱਥੇ ਦਾ ਜਿਹੜਾ ਮਹੰਤ ਸੀਗਾ ਉਸਦੇ ਬੋਡੀਗਾਰਡ ਸੀਗੇ, ਉਹ ਆਪਣੇ ਬੋਡੀਗਾਰਡ ਨੂੰ ਯੂਜ਼ ਕਰਕੇ ਵਿਚਾਰੇ ਪੀਸਫੁਲ ਪ੍ਰੋਟੈਸਟਰਸ ਤੇ ਉਹਨੇ ਅਟੈਕ ਕਰਵਾਤਾ, ਕਾਫੀਆਂ ਦੀ ਮਤਲਬ ਜਾਨ ਚਲੀ ਗਈ ਉਸਦੇ ਵਿੱਚ, ਨਨਕਾਣਾ ਮੈਸੇਕਰ, ਠੀਕ ਹੈ, 1921 ਦੇ ਵਿੱਚ ਹੋਇਆ ਤੇ ਦਿਸ ਵਾਸ ਅ ਪਾਰਟ ਆਫ ਅਕਾਲੀ ਮੂਵਮੈਂਟ, ਇਹ ਹੋਇਆ ਸੀ ਉਸ ਵੇਲੇ, ਠੀਕ ਹੈ। ਤਾਂ ਇਹ ਵੀ ਸਟੇਟਮੈਂਟ ਸਹੀ ਹੈ, ਗਲਤ ਸਟੇਟਮੈਂਟ ਹੈਗੀ ਹੈ ਬੀ, ਇਸ ਕੁਐਸਚਨ ਦਾ ਆਨਸਰ ਹੈਗਾ ਬੀ। ਚਲੋ ਕੁਐਸਚਨ ਨੰਬਰ 3, ਇਹ ਹਿਸਟਰੀ ਦਾ ਨਹੀਂ ਹੈ, এনवायरमेंट ਦਾ ਹੈ। Consider the following statements. Punjab has no national park. पंजाब दे विच कोई भी national park नहीं है। झज्जर बचोली wildlife sanctuary is famous for black buck. ठीक है? Which of the above statements is are correct? देखो ये ਤੁਹਾਨੂੰ ਪਤਾ ਹੋਣਾ ਚਾਹੀਦਾ, ਪੂਰੇ ਦੇਸ਼ ਦੇ ਵਿੱਚ ਨੈਸ਼ਨਲ ਪਾਰਕਸ ਹੁੰਦੇ ਆ, ਵਾਈਲਡ ਲਾਈਫ ਸੈਂਚੁਰੀਜ਼ ਹੁੰਦੀਆਂ, ਠੀਕ ਹੈ। ਪੰਜਾਬ ਦੇ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਹੈ। ਪੰਜਾਬ ਦੇ ਵਿੱਚ ਵਾਈਲਡ ਲਾਈਫ ਸੈਂਚੁਰੀਜ਼ ਹੈਗੀ ਹੈ ਪਰ ਕੋਈ ਵੀ ਨੈਸ਼ਨਲ ਪਾਰਕ ਹੈਗਾ ਹੀ ਨਹੀਂ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਦਿਸ ਸਟੇਟਮੈਂਟ ਇਜ਼ ਕਰੈਕਟ, ठीक है। चलो झज्जर बचौली वाइल्ड लाइफ सैंक्चुरी इज फेमस फॉर ब्लैक बक। नाउ अपनी जेडी झज्जर बचौली वाइल्ड लाइफ सैंक्चुरी है ना, इट इज नियर श्री आनंदपुर साहब, हिली एरियाज दे विच है, ते इट इज फेमस फॉर लेपर्ड्स, नॉट ब्लैक बक। ये लेपर्ड्स ਲਈ फेमस है, ब्लैक बक ਲਈ फेमस पता कौन केड़ी वाइल्ड लाइफ सैंक्चुरी है? अबोहर। अबोहर वाइल्ड लाइफ सैंक्चुरी जेडी हैगी है दैट इज फेमस फॉर ब्लैक बक्स, ਤੇ ਬਲੈਕ ਬਕਸ ਨੂੰ ਪ੍ਰੋਟੈਕਟ ਕਰਦੀ ਹੈ ਬਿਸ਼ਨੋਈ ਕਮਿਊਨਿਟੀ। ਬਿਸ਼ਨੋਈ ਕਮਿਊਨਿਟੀ ਜਿਹੜੀ ਹੈਗੀ ਆ ਅਬੋਹਰ ਏਰੀਆ ਦੇ ਵਿੱਚ ਹੈਗੀ ਹੈ। ਦੇ ਫॉर them ਬਲੈਕ ਬਕਸ ਹੈਵ ਸਰਟਨ ਰਿਲੀਜੀਅਸ ਸਿਗਨੀਫੀਕੈਂਸ, ਤਾਂ ਹੀ ਤਾਂ ਸਲਮਾਨ ਖਾਨ ਦੇ ਨਾਲ ਵੀ ਇਹਨਾਂ ਦਾ ਥੋੜਾ ਕਨਫਲਿਕਟ ਜਿਹਾ ਹੈਗਾ, ਹੈ ਨਾ। ਤਾਂ ਬਿਸ਼ਨੋਈ ਕਮੇਟੀ ਪ੍ਰੋਟੈਕਟਸ ਬਲੈਕ ਬਕਸ ਐਂਡ ਤਾਂ ਹੀ ਅਬੋਹਰ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਬਲੈਕ ਬਕਸ ਦੀ ਤਾਦਾਦ ਠੀਕ ਠਾਕ ਹੈ, ਉਹਨਾਂ ਦੀ ਪੋਪੂਲੇਸ਼ਨ ਬਚੀ ਹੋਈ ਹੈ ਬਿਕੋਜ਼ ਬਿਸ਼ਨੋਈ ਕਮਿਊਨਿਟੀ ਡਸ ਨਾਟ ਅਲਾਉ ਐਨੀਵਨ ਟੂ ਹੰਟ ਬਲੈਕ ਬਕਸ। ਇਸੇ ਕਰਕੇ ਅਬੋਹਰ ਵਾਈਲਡ ਲਾਈਫ ਸੈਂਚੁਰੀ is famous for black buck, not ਝੱਜਰ ਬਚੋਲੀ ਵਾਈਲਡ ਲਾਈਫ ਸੈਂਚੁਰੀ। ਜਿਹੜੀ ਝੱਜਰ ਬਚੋਲੀ ਵਾਈਲਡ ਲਾਈਫ ਸੈਂਚੁਰੀ ਹੈਗੀ ਹੈ ਉਹ ਆਪਣੀ ਹੈਗੀ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ, ਤੇ that is famous for leopards। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਹ ਐਕਸਟਰਾ ਇਨਫੋਰਮੇਸ਼ਨ ਦੇ ਰਿਹਾ ਮੈਂ ਤੁਹਾਨੂੰ। ਬਾਕੀ ਸੈਕਿੰਡ ਸਟੇਟਮੈਂਟ ਗਲਤ ਹੈਗੀ ਹੈ, ਤਾਂ ਆਨਸਰ ਬਣਦਾ ਹੈ ਆਪਣਾ A। ਆਲਰਾਈਟ, ਚਲੋ ਜੀ ਅੱਗੇ ਚੱਲਦੇ। Which of the following city is not a part of smart city project? ਇਹ ਤਾਂ easy question ਹੈਗਾ, ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ, ਜੇ ਨਹੀਂ ਪਤਾ ਤਾਂ ਹੁਣ ਰੱਟ ਲਓ ਇਸ ਚੀਜ਼ ਨੂੰ। ਪੰਜਾਬ ਤੋਂ 3 ਸ਼ਹਿਰ ਹੈਗੇ ਆ ਜਿਹੜੇ ਸਮਾਰਟ ਸਿਟੀ ਪ੍ਰੋਜੈਕਟ ਦਾ ਹਿੱਸਾ ਹੈ। ਦੇਖੋ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਪੂਰੇ ਭਾਰਤ ਦੇਸ਼ ਚੋਂ 100 ਸਿਟੀਜ਼ ਚੁਣੀਆਂ ਗਈਆਂ, 100 ਸਿਟੀਜ਼ ਦਾ ਚੋਣ ਹੋਇਆ, ਠੀਕ ਹੈ, ਤੇ ਇਹਨਾਂ ਨੂੰ ਸਮਾਰਟ ਸਿਟੀ ਬਣਾਉਣਾ ਹੈ। ਪੰਜਾਬ ਚੋਂ ਉਹ ਕਿਹੜੇ 3 ਸ਼ਹਿਰ ਹੈਗੇ ਆ ਜਿਹੜੇ ਸਮਾਰਟ ਸਿਟੀ ਪ੍ਰੋਜੈਕਟ ਦਾ ਹਿੱਸਾ ਹੈ? ਜਲੰਧਰ ਹੈਗਾ, ਅੰਮ੍ਰਿਤਸਰ ਹੈਗਾ, ਲੁਧਿਆਣਾ ਹੈਗਾ, ਨਾਟ SAS ਨਗਰ ਮੋਹਾਲੀ ਨਹੀਂ ਹੈਗਾ, ਠੀਕ ਹੈ। ਪਹਿਲੇ ਫੇਜ਼ ਦੇ ਵਿੱਚ ਅੰਮ੍ਰਿਤਸਰ ਦਾ ਚੋਣ ਹੋਇਆ ਸੀ, ਫਿਰ ਉਸ ਤੋਂ ਬਾਅਦ ਜਿਹੜਾ ਸੈਕਿੰਡ ਫੇਜ਼ ਆਇਆ ਸੀ ਉਸ ਦੇ ਵਿੱਚ ਜਲੰਧਰ ਲੁਧਿਆਣਾ ਵੀ ਚੁਣੇ ਗਏ ਸੀ। ਕਲੀਅਰ? ਇਸ ਕਰਕੇ ਮੋਹਾਲੀ SAS ਨਗਰ ਇਜ਼ ਨਾਟ ਅ ਪਾਰਟ ਆਫ ਸਮਾਰਟ ਸਿਟੀ ਪ੍ਰੋਜੈਕਟ। ਇਸ ਕੁਐਸਚਨ ਦਾ ਆਨਸਰ ਹੈਗਾ C। ਇਹ ਤਾਂ ਸੌਖਾ ਕੁਐਸਚਨ ਸੀਗਾ। ਚਲੋ ਨੈਕਸਟ, which of the following has the lowest share in industrial GSVA of Punjab?
ਨਾ ਮੈਂ ਆਪਣੀ ਪਿਛਲੀ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ GSVA ਦਾ ਮਤਲਬ ਕੀ ਹੁੰਦਾ ਹੈ, ਗ੍ਰੋਸ ਸਟੇਟ ਵੈਲਿਊ ਐਡਿਡ, ਠੀਕ ਹੈ, ਤੇ ਲਗਭਗ ਸਿਮਿਲਰ ਹੈਗਾ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ GSDP। ਆਪਾਂ GDP ਸੁਣਦੇ ਹੈ ਨਾ, ਬਿਲਕੁਲ GDP ਵਰਗਾ ਹੈ GVA। ਜਦ ਅਸੀਂ ਪੂਰੇ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਗੱਲ ਕਰਦੇ GDP ਦੀ, ਜਦ ਅਸੀਂ ਇੱਕ ਪਾਰਟਿਕੂਲਰ ਸਟੇਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਗੱਲ ਕਰਦੇ ਹਾਂ GSDP। S ਇਸ ਦੇ ਵਿੱਚ ਕੀ ਹੈ, ਸਟੇਟ। ਜਦ ਅਸੀਂ ਸਿਰਫ ਪੰਜਾਬ ਦੀ GDP ਜਾਣਨਾ ਚਾਹੁੰਦੇ ਹਾਂ ਤਾਂ ਅਸੀਂ GSDP ਕਹਿੰਦੇ ਹਾਂ। ਉਦਾਂ ਹੀ ਜਦ ਅਸੀਂ ਪੂਰੇ ਹਿੰਦੁਸਤਾਨ ਦੀ ਗੱਲ ਕਰਾਂਗੇ ਤਾਂ ਅਸੀਂ ਗੱਲ ਕਰਾਂਗੇ GVA, ਗ੍ਰੋਸ ਵੈਲਿਊ ਐਡਿਡ। ਜਦ ਅਸੀਂ ਪੰਜਾਬ ਦੀ ਗੱਲ ਕਰਾਂਗੇ ਤਾਂ ਅਸੀਂ ਗੱਲ ਕਰਾਂਗੇ ਗ੍ਰੋਸ ਸਟੇਟ ਵੈਲਿਊ ਐਡਿਡ, ਠੀਕ ਹੈ। ਨਾਓ ਦੇਖੋ, ਪੰਜਾਬ ਦੇ ਵਿੱਚ ਐਗਰੀਕਲਚਰਲ ਸੈਕਟਰ ਦਾ ਵੀ GSVA ਹੈ, ਇੰਡਸਟਰੀਅਲ ਸੈਕਟਰ ਦਾ ਵੀ ਹੈ, ਸਰਵਿਸਿਜ਼ ਸੈਕਟਰ ਦਾ ਵੀ ਹੈ। ਇਸ ਸਵਾਲ ਦੇ ਵਿੱਚ ਪੁੱਛਿਆ ਹੋਇਆ ਹੈ ਕਿ ਜਿਹੜਾ ਇੰਡਸਟਰੀਅਲ GSVA ਹੈ ਉਸ ਦੇ ਵਿੱਚ ਸਭ ਤੋਂ ਘੱਟ ਸ਼ੇਅਰ ਕਿਸ ਦਾ ਹੈ। ਨਾਓ ਇਸ ਕੁਐਸਚਨ ਨੂੰ ਆਨਸਰ ਕਰਨ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੰਡਸਟਰੀਅਲ ਸੈਕਟਰ ਦੇ ਵਿੱਚ ਕਿਹੜੇ-ਕਿਹੜੇ ਸਬ ਸੈਕਟਰਸ ਆਉਂਦੇ ਹਨ। ਇੰਡਸਟਰੀਅਲ ਸੈਕਟਰ ਦੇ ਵਿੱਚ ਕੀ ਕੁਝ ਹੁੰਦਾ ਹੈ, ਤਾਂ ਧਿਆਨ ਨਾਲ ਸੁਣੋ। ਦੇਖੋ, ਇੰਡਸਟਰੀਅਲ ਸੈਕਟਰ ਦੇ ਪਾਰਟਸ ਕੀ ਨੇ। ਮੈਨੂਫੈਕਚਰਿੰਗ ਸੈਕਟਰ ਇੰਡਸਟਰੀਅਲ ਸੈਕਟਰ ਦਾ ਹਿੱਸਾ ਹੈ, ਠੀਕ ਹੈ। ਆਪਣਾ ਮਾਈਨਿੰਗ ਇੰਡਸਟਰੀ ਜਿਹੜੀ ਹੈਗੀ ਹੈ ਉਹ ਇੰਡਸਟਰੀਅਲ ਸੈਕਟਰ ਦਾ ਹਿੱਸਾ ਹੈ। ਆਪਣਾ ਜਿਹੜਾ ਕੰਸਟਰਕਸ਼ਨ ਸੈਕਟਰ ਹੈਗਾ ਉਹ ਇੰਡਸਟਰੀਅਲ ਸੈਕਟਰ ਦਾ ਹਿੱਸਾ ਹੈ, ਠੀਕ ਹੈ। ਤੇ ਆਪਣਾ ਇਲੈਕਟ੍ਰਿਸਿਟੀ, ਵਾਟਰ, ਗੈਸ, ਅਦਰ ਪਬਲਿਕ ਯੂਟਿਲਿਟੀਜ਼, ਠੀਕ ਹੈ, ਉਹ ਫੋਰਥ ਸੈਕਟਰ ਹੈਗਾ। ਤਾਂ ਇਹ ਚਾਰ ਸਬ ਸੈਕਟਰਸ ਹੈਗੇ ਜਿਹੜੇ ਮਿਲ ਕੇ ਬਣਾਉਂਦੇ ਆ ਇੰਡਸਟਰੀਅਲ ਸੈਕਟਰ। ਤੇ ਇਸ ਪੂਰੇ ਪੰਜਾਬ ਦੇ ਇੰਡਸਟਰੀਅਲ ਸੈਕਟਰ ਵਿੱਚ ਇਹਨਾਂ ਚਾਰਾਂ ਚੋਂ ਕਿਸ ਦਾ ਸਭ ਤੋਂ ਘੱਟ ਸ਼ੇਅਰ ਹੈ, ਠੀਕ ਹੈ। ਤਾਂ ਧਿਆਨ ਨਾਲ ਸੁਣੋ। ਮੈਨੂਫੈਕਚਰਿੰਗ ਦਾ ਸਭ ਤੋਂ ਵੱਧ ਸ਼ੇਅਰ ਹੈਗਾ, ਨੰਬਰ 1 ਹੈਗਾ। ਨੈਕਸਟ ਨੰਬਰ ਪੈਂਦਾ ਹੈ ਕੰਸਟਰਕਸ਼ਨ ਦਾ, ਉਦੋਂ ਬਾਅਦ ਕੰਸਟਰਕਸ਼ਨ ਦਾ ਸ਼ੇਅਰ ਹੈਗਾ। ਕੰਸਟਰਕਸ਼ਨ ਦੀ ਕੰਟਰੀਬਿਊਸ਼ਨ ਬਹੁਤ ਹੈ ਪੰਜਾਬ ਦੀ GDP ਦੇ ਵਿੱਚ। ਫਿਰ ਉਦੋਂ ਬਾਅਦ ਨੰਬਰ ਪੈਂਦਾ ਹੈ ਇਲੈਕਟ੍ਰਿਸਿਟੀ ਦਾ, ਤੇ ਸਭ ਤੋਂ ਘੱਟ ਨੰਬਰ ਹੈਗਾ ਮਾਈਨਿੰਗ ਐਂਡ ਕੁਆਰੀਇੰਗ ਦਾ, ਠੀਕ ਹੈ। ਸਾਡੇ ਤੋਂ ਪੁੱਛਿਆ ਹੈ ਸਭ ਤੋਂ ਘੱਟ ਹੈਗਾ ਮਾਈਨਿੰਗ ਐਂਡ ਕੁਆਰੀਇੰਗ। ਇਸ ਕੁਐਸਚਨ ਦਾ ਆਨਸਰ B ਹੈ। ਬਾਕੀ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਪੰਜਾਬ ਇਕਨੋਮਿਕ ਸਰਵੇ ਦਾ ਇੱਕ ਗ੍ਰਾਫਿਕ ਹੈਗਾ। ਦੇਖੋ, ਇਹ ਪੰਜਾਬ ਇਕਨੋਮਿਕ ਸਰਵੇ ਦੇ ਵਿੱਚ ਦਿੱਤਾ ਹੋਇਆ ਸੀ, ਆ ਤੁਸੀਂ ਧਿਆਨ ਨਾਲ ਦੇਖਿਓ। ਦੇਖੋ, ਜਿਹੜੀ ਔਰੇਂਜ ਬਿਲਡਿੰਗ ਹੈਗੀ ਹੈ ਉਹ 2011-12 ਦਾ ਡੇਟਾ ਹੈ, ਤੇ ਜਿਹੜੀ ਯੈਲੋ ਬਿਲਡਿੰਗ ਹੈਗੀ ਹੈ ਉਹ 2022-23 ਦਾ ਲੇਟੈਸਟ ਡੇਟਾ ਹੈ। ਤੁਸੀਂ ਦੇਖੋ, ਪੂਰੇ ਇੰਡਸਟਰੀਅਲ ਸੈਕਟਰ ਦੇ ਵਿੱਚ ਮੈਨੂਫੈਕਚਰਿੰਗ ਸੈਕਟਰ ਜਿਹੜਾ ਹੈਗਾ ਉਸ ਦਾ 59.3% ਸ਼ੇਅਰ ਹੈ। ਫਿਰ ਉਦੋਂ ਬਾਅਦ ਕੰਸਟਰਕਸ਼ਨ ਸੈਕਟਰ ਦਾ ਹੈ 25.6, ਉਦੋਂ ਬਾਅਦ ਇਲੈਕਟ੍ਰਿਸਿਟੀ, ਵਾਟਰ, ਅਦਰ ਪਬਲਿਕ ਯੂਟਿਲਿਟੀਜ਼ 15, ਤੇ ਮਾਈਨਿੰਗ ਦਾ 0.1% ਸ਼ੇਅਰ ਹੈ। ਪੰਜਾਬ ਦੇ ਵਿੱਚ ਓਵਰਆਲ ਮਾਈਨਿੰਗ ਘੱਟ ਹੈਗੀ ਹੈ ਮੈਟਲਸ ਵਗੈਰਾ ਦੀ, ਠੀਕ ਹੈ। ਤਾਂ ਇਹ ਮੈਂ ਤੁਹਾਡੇ ਨਾਲ ਸਾਂਝਾ ਕਰਿਆ ਹੈ ਇਕਨੋਮਿਕ ਸਰਵੇ ਦਾ ਡੇਟਾ, ਠੀਕ ਹੈ। ਇਸ ਦੇ ਹਿਸਾਬ ਨਾਲ ਆਨਸਰ ਹੈਗਾ B, ਠੀਕ ਹੈ ਜੀ। ਚਲੋ ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 6, ਇਹ ਪੋਲਿਟੀ ਤੋਂ ਸੰਬੰਧਿਤ ਸਵਾਲ ਹੈ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਲੋਕਲ ਬੋਡੀਜ਼। ਲੋਕਲ ਬੋਡੀਜ਼ ਕੀ ਹੁੰਦੀ ਹੈ, ਜਿੱਦਾਂ ਕਿ ਪੰਚਾਇਤ ਹੋ ਗਈ, है ना, पंचायती बॉडी, पंचायत ਦੇ ਇਲੈਕਸ਼ਨ ਹੁੰਦੇ ਆ। ਮਿਊਨਿਸਪੈਲਿਟੀ ਹੋ ਗਈ, ਮਿਊਨਿਸਪਲ ਕਾਰਪੋਰੇਸ਼ਨ ਹੋ ਗਈ, MC, है ना, ਇਹਨਾਂ ਨੂੰ ਮਿਲ ਕੇ ਅਸੀਂ ਕਹਿੰਦੇ ਲੋਕਲ ਬੋਡੀਜ਼। ਤਾਂ ਤਕਰੀਬਨ ਪੰਜਾਬ ਦੇ ਵਿੱਚ ਜਿੰਨੀਆਂ ਵੀ ਲੋਕਲ ਬੋਡੀਜ਼ ਹੈਗੀਆਂ ਉਹਨਾਂ ਦੇ ਨਾਲ ਸੰਬੰਧਿਤ ਇਹ ਦੋ ਸਟੇਟਮੈਂਟਸ ਹੈਗੀਆਂ। ਯੂ ਹੈਵ ਟੂ ਟੈਲ ਕਿਹੜੀ ਸਟੇਟਮੈਂਟ ਸਹੀ ਹੈ, ठीक है। 33% of seats reserved for women in Punjab local bodies. That means 33% of seats in panchayat elections and municipality elections are reserved for women. Punjab has transferred all the subjects mentioned in 11th schedule and 12th schedule of the constitution to local bodies. ठीक है। Now which of the above statements is are correct? Now देखो, जे ਆਪਾਂ ਪਹਿਲੀ ਸਟੇਟਮੈਂਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਫੀਮੇਲਸ ਦੇ ਲਈ ਰਿਜ਼ਰਵੇਸ਼ਨ ਇਨ ਪੰਚਾਇਤ ਐਂਡ ਮਿਊਨਿਸਪੈਲਿਟੀਜ਼ ਲੋਕਲ ਬੋਡੀਜ਼ ਹੈਗੀ ਹੈ 50%, not 33%, ਠੀਕ ਹੈ। ਤਾਂ ਪਹਿਲੀ ਸਟੇਟਮੈਂਟ ਇਜ਼ ਫਾਲਸ। ਦੂਜੀ ਗੱਲ ਕੀ ਹੈ, ਦੇਖੋ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਨਾ ਪੰਚਾਇਤ ਤੇ ਮਿਊਨਿਸਪੈਲਿਟੀਜ਼ ਦੇ ਲਈ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਗਈ। ਉਸ ਤੋਂ ਪਹਿਲਾਂ ਪੰਚਾਇਤ ਤੇ ਮਿਊਨਿਸਪੈਲਿਟੀਜ਼ ਨੂੰ ਸੰਵਿਧਾਨਿਕ ਸਟੇਟਸ ਨਹੀਂ ਮਿਲਿਆ ਹੋਇਆ ਸੀ। ਜਿਸ ਸਟੇਟ ਦਾ ਜੀ ਕਰਦਾ ਸੀ ਉਹ ਪੰਚਾਇਤ ਬਣਾ ਦਿੰਦੀ ਸੀ, ਜਿਸ ਸਟੇਟ ਦਾ ਨਹੀਂ ਜੀ ਕਰਦਾ ਸੀ ਪੰਚਾਇਤ ਨਹੀਂ ਬਣਾਉਂਦੀ ਸੀ, ਠੀਕ ਹੈ। ਬਟ
ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰਕੇ 73rd ਅਮੈਂਡਮੈਂਟ ਕਰੀ ਕਨਸਟੀਟਿਊਸ਼ਨ ਦੇ ਵਿੱਚ ਤੇ 74th ਅਮੈਂਡਮੈਂਟ ਕਰੀ। ਉਸ ਦੇ ਬਾਅਦ ਇਹ ਸਾਰੀਆਂ ਸਟੇਟਸ ਵਾਸਤੇ ਮੈਂਡੇਟਰੀ ਹੋ ਗਿਆ ਕਿ ਉਹਨਾਂ ਨੇ ਆਪਣੇ ਏਰੀਏ ਦੇ ਵਿੱਚ ਪੰਚਾਇਤ ਬਣਾਣੀ ਹੈ ਤੇ ਪੰਚਾਇਤਾਂ ਦੇ ਇਲੈਕਸ਼ਨ ਕਰਾਣੇ ਹੈ। ਮਿਊਨਿਸਪੈਲਿਟੀ ਬਣਾਣੀ ਹੈ ਅਰਬਨ ਏਰੀਆਜ਼ ਦੇ ਵਿੱਚ ਤੇ ਉਹਨਾਂ ਦੇ ਇਲੈਕਸ਼ਨ ਕਰਵਾਣੇ ਆ। 73rd ਅਮੈਂਡਮੈਂਟ ਸੀਗੀ ਉਹ ਪੰਚਾਇਤਸ ਲਈ ਸੀਗੀ, 74th ਸੀਗੀ ਮਿਊਨਿਸਪੈਲਿਟੀਜ਼ ਦੇ ਲਈ। ਤਾਂ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਦਿੱਤੀ ਹੈ ਲੋਕਲ ਬਾਡੀਜ਼ ਨੂੰ, ਠੀਕ ਹੈ। ਇਹ ਮੇਰੇ ਖਿਆਲ ਤੁਹਾਨੂੰ ਪਤਾ ਹੀ ਹੋਣਾ। ਤੇ ਇੱਕ ਹੋਰ ਚੀਜ਼ ਇਹਨਾਂ ਨੇ ਐਡ ਕਰੀ 73rd ਅਮੈਂਡਮੈਂਟ ਦੇ ਰਾਹੀਂ ਇਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਐਡ ਕਰਾ 11th ਸ਼ੈਡਿਊਲ, ਠੀਕ ਹੈ। ਤੇ 74th ਅਮੈਂਡਮੈਂਟ ਦੇ ਰਾਹੀਂ ਇਹਨਾਂ ਨੇ ਐਡ ਕਰਿਆ 12th ਸ਼ੈਡਿਊਲ। ਤੇ ਇਹਨਾਂ ਸ਼ੈਡਿਊਲਸ ਦੇ ਵਿੱਚ ਕੀ ਹੈ 11th ਸ਼ੈਡਿਊਲ ਦੇ ਵਿੱਚ ਉਹ ਸਾਰੀਆਂ ਪਾਵਰਸ ਲਿਖੀਆਂ ਹੈ ਜਿਹੜੀ ਸਟੇਟ ਗਵਰਨਮੈਂਟ ਪੰਚਾਇਤਾਂ ਨੂੰ ਦੇ ਸਕਦੀ ਹੈ, ਪਾਵਰਸ, ਠੀਕ ਹੈ। ਤੇ 11th ਸ਼ੈਡਿਊਲ ਦੇ ਵਿੱਚ 29 ਸਬਜੈਕਟ ਲਿਖੇ ਹੋਏ ਹਨ। ਜੇ ਸਟੇਟ ਗਵਰਨਮੈਂਟ ਦਾ ਜੀ ਚਾਹੁੰਦਾ ਹੈ ਉਹ 29 ਦੀ 29 ਇਹ ਪਾਵਰਸ ਪੰਚਾਇਤ ਨੂੰ ਦੇ ਸਕਦੀ ਹੈ, ਠੀਕ ਹੈ। 12th ਸ਼ੈਡਿਊਲ ਦੇ ਵਿੱਚ 18 ਪਾਵਰਸ ਲਿਸਟ ਡਾਊਨ ਕੀਤੀਆਂ। ਜੇ ਆਪਣਾ ਸਟੇਟ ਗਵਰਨਮੈਂਟ, ਵੈਸੇ ਪਾਵਰ ਸਟੇਟ ਗਵਰਨਮੈਂਟ ਕੋਲ ਹੀ ਹੈ, ਪਰ ਜੇ ਸਟੇਟ ਗਵਰਨਮੈਂਟ ਚਾਹੁੰਦੀ ਹੈ ਤਾਂ ਮਿਊਨਿਸਪੈਲਿਟੀਜ਼ ਨੂੰ ਇਹ 18 ਪਾਵਰਸ ਦੇ ਸਕਦੀ ਹੈ, ਪਰ ਮਰਜ਼ੀ ਸਟੇਟ ਗਵਰਨਮੈਂਟ ਦੀ ਹੈ। ਇਸੇ ਕਰਕੇ ਕੁਝ ਸਟੇਟਸ ਹੈਗੀਆਂ ਜਿਨ੍ਹਾਂ ਨੇ ਪੂਰੇ 29 ਦੇ 29 ਤੇ 18 ਦੇ 18 ਪਾਵਰਸ ਪੰਚਾਇਤ ਤੇ ਮਿਊਨਿਸਪੈਲਿਟੀਜ਼ ਨੂੰ ਦੇਤੀਆਂ, ਜਿੱਦਾਂ ਕਿ ਵੈਸਟ ਬੰਗਾਲ ਤੇ ਕੇਰਲਾ। ਪਰ ਕੁਝ ਸਟੇਟਸ ਅਜਿਹੀਆਂ ਨੇ ਜਿਨ੍ਹਾਂ ਨੇ ਕੁਝ ਹੀ ਪਾਵਰ ਦਿੱਤੀਆਂ ਨੇ, ਸਾਰੀਆਂ ਪਾਵਰ ਜਿਹੜੀ ਮੈਂਸ਼ਨਡ ਹੈਗੀਆਂ 11th ਤੇ 12th ਸ਼ੈਡਿਊਲ ਦੇ ਵਿੱਚ ਉਹ ਨਹੀਂ ਪ੍ਰੋਵਾਈਡ ਕੀਤੀਆਂ, ਠੀਕ ਹੈ। ਸਟੇਟ ਗਵਰਨਮੈਂਟ ਦੇ ਉੱਪਰ ਹੈ, ਕਲੀਅਰ। ਨਾ ਪੰਜਾਬ ਕਿੱਥੇ ਹੈ? ਦੇਖੋ ਪੰਜਾਬ ਨੇ 18 ਦੀ 18 ਜਿਹੜੀ ਪਾਵਰਸ ਹੈਗੀਆਂ 12th ਸ਼ੈਡਿਊਲ ਦੇ ਵਿੱਚ ਉਹ ਦੇਤੀਆਂ ਆਪਣੀ ਮਿਊਨਿਸਪੈਲਿਟੀ ਨੂੰ, ਬਿਲਕੁਲ ਸਹੀ। ਪਰ 29 ਚੋਂ ਸਿਰਫ 13 ਪਾਵਰਸ ਪੰਚਾਇਤਾਂ ਨੂੰ ਦਿੱਤੀਆਂ ਤੇ ਮਿਊਨਿਸਪੈਲਿਟੀਜ਼ ਨੂੰ ਤਾਂ ਫੁੱਲ ਪਾਵਰ ਦੇਤੀ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨਡ ਸੀਗੀ। ਬਟ ਜਿਹੜੀ ਪੰਚਾਇਤਾਂ ਹੈਗੀਆਂ ਰੂਰਲ ਏਰੀਆਜ਼ ਦੇ ਵਿੱਚ ਉਹਨਾਂ ਨੂੰ 29 ਚੋਂ ਸਿਰਫ 13 ਸਬਜੈਕਟ ਟ੍ਰਾਂਸਫਰ ਕੀਤੇ ਇਹਨਾਂ ਨੇ ਪਾਵਰ ਦੇ ਨਾਂ ਤੇ। ਇਸੇ ਕਰਕੇ ਸੈਕਿੰਡ ਸਟੇਟਮੈਂਟ ਵੀ ਗਲਤ ਹੋ ਜਾਂਦੀ ਹੈ, ਆਨਸਰ ਡੀ ਬੈਠਦਾ, ਠੀਕ ਹੈ ਜੀ। ਬਣਦੀ ਹੈ ਗੱਲ। ਜੇ ਡਾਊਟ ਹੈਗਾ ਇਸ ਕੁਐਸਚਨ 'ਚ ਤਾਂ ਜ਼ਰੂਰ ਪੁੱਛਿਓ, ਠੀਕ ਹੈ। ਚਲੋ ਜੀ, ਕੁਐਸਚਨ ਨੰਬਰ 7 ਸੌਖਾ ਕੁਐਸਚਨ ਹੈਗਾ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਲੁਧਿਆਣਾ। ਇਟ ਇਜ਼ ਆਲਸੋ ਨੋਨ ਐਜ਼ ਇੰਡੀਆਜ਼ ਮੈਨਚੈਸਟਰ, ਓਕੇ। ਇਟ ਵਾਸ ਫਾਊਂਡਡ ਬਾय ਮੈਂਬਰਸ ਆਫ ਲੋਧੀ ਡਾਇਨੈਸਟੀ। ਜਿਹੜੇ ਲੋਧੀ ਸੀਗੇ ਨਾ, ਸ਼ਾਸਕ ਸੀਗੇ ਦਿੱਲੀ ਦੇ, ਇਬਰਾਹਿਮ ਲੋਧੀ, ਸਿਕੰਦਰ ਲੋਧੀ, ਬਾਹਲੋਲ ਲੋਧੀ, ਹੈ ਨਾ। ਤੇ ਜਿਹੜਾ ਲੁਧਿਆਣਾ ਹੈ ਉਹ ਲੋਧੀ ਡਾਇਨੈਸਟੀ ਨੇ ਫਾਰਮ ਕੀਤਾ, ਠੀਕ ਹੈ। ਇੱਕ ਇੱਕ ਕਰਕੇ ਦੇਖਦੇ ਹਾਂ। ਪਹਿਲੀ ਸਟੇਟਮੈਂਟ ਕੀ ਹੈ? ਇਟ ਇਜ਼ ਆਲਸੋ ਨੋਨ ਐਜ਼ ਇੰਡੀਆਜ਼ ਮੈਨਚੈਸਟਰ। ਬਿਲਕੁਲ ਸਹੀ ਗੱਲ ਹੈ। ਤੇ ਇਹ ਜਿਹੜਾ ਟਾਈਟਲ ਹੈਗਾ ਲੁਧਿਆਣਾ ਨੂੰ, ਇਹ BBC ਨੇ ਦਿੱਤਾ ਹੈ। ਨਿਊਜ਼ ਚੈਨਲ ਹੈਗੇ ਨਾ BBC ਇੰਗਲੈਂਡ ਦੇ ਵਿੱਚ, ਤੇ ਉਸਨੇ ਲੁਧਿਆਣਾ ਨੂੰ ਮੈਨਚੈਸਟਰ ਪਤਾ ਕਾਹਨੂੰ ਕਿਹਾ ਹੈ? ਮੈਨਚੈਸਟਰ ਨਾ ਇੰਡਸਟਰੀਅਲ ਰੈਵੋਲੂਸ਼ਨ ਜਦ ਹੋਈ ਸੀ ਬ੍ਰਿਟੇਨ ਦੇ ਵਿੱਚ, ਤਾਂ ਮੈਨਚੈਸਟਰ ਸਭ ਤੋਂ ਵੱਡਾ ਇੰਡਸਟਰੀਅਲ ਟਾਊਨ ਸੀਗਾ। ਤੇ ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਲੁਧਿਆਣਾ ਸਭ ਤੋਂ ਵੱਡਾ ਇੰਡਸਟਰੀਅਲ ਟਾਊਨ ਹੈਗਾ, ਹਨਾ। ਤੇ ਇਸੇ ਕਰਕੇ BBC ਨੇ ਲੁਧਿਆਣਾ ਨੂੰ ਇਹ ਉਪਾਧੀ ਨਾਲ ਨਵਾਜ਼ਿਆ ਕਿ ਇਹ ਇੰਡੀਆ ਦਾ ਮੈਨਚੈਸਟਰ ਹੈਗਾ। ਤੇ ਮੈਨਚੈਸਟਰ ਖਾਸ ਕਰ ਫੇਮਸ ਪਤਾ ਕਿਸ ਗੱਲ ਨੂੰ ਲੈ ਕੇ ਸੀ? ਮੈਨਚੈਸਟਰ ਬੈਕ ਇਨ ਦ ਡੇ ਵਾਸ ਫੇਮਸ ਫॉर ਟੈਕਸਟਾਈਲ ਇੰਡਸਟਰੀ, ਤੇ ਆਪਣਾ ਲੁਧਿਆਣਾ ਵੀ ਟੈਕਸਟਾਈਲ ਇੰਡਸਟਰੀ ਲਈ ਫੇਮਸ ਹੈ। ਇਸੇ ਕਰਕੇ ਲੁਧਿਆਣਾ ਨੂੰ ਇੰਡੀਆਜ਼ ਮੈਨਚੈਸਟਰ ਕਿਹਾ ਹੈ। ਤਾਂ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ, ਠੀਕ ਹੈ। ਤੇ ਜਿਹੜੀ ਲੁਧਿਆਣਾ ਦੀ ਸਥਾਪਨਾ ਹੈਗੀ ਹੈ ਉਹ ਲੋਧੀ ਡਾਇਨੈਸਟੀ ਨਹੀਂ ਕਰੀ ਹੈ, ਠੀਕ ਹੈ। ਤਕਰੀਬਨ ਕਹਿੰਦੇ, ਵੈਸੇ ਤਾਂ ਲੋਧੀ ਸ਼ਾਸਕਾਂ ਦਾ ਜਿਹੜਾ ਰਾਜ ਸੀਗਾ ਉਹ ਸੀਗਾ from 1451 to 1526। 1526 ਦੇ ਵਿੱਚ ਬਾਬਰ ਆ ਕੇ ਇਬਰਾਹਿਮ ਲੋਧੀ ਨੂੰ ਹਰਾ ਦਿੰਦਾ ਹੈ, ਠੀਕ ਹੈ। ਤੇ ਲੋਧੀ ਸ਼ਾਸਕਾਂ ਦਾ ਰਾਜ ਸੀਗਾ। ਇਸੇ ਦੌਰਾਨ ਲੁਧਿਆਣਾ ਬਣਾਇਆ। ਉਸ ਵੇਲੇ ਲੁਧਿਆਣਾ ਨੂੰ ਕਹਿੰਦੇ ਸੀ ਲੋਧੀਆਣਾ, that means a town for ਲੋਧੀਜ਼, ਠੀਕ ਹੈ। ਤਾਂ ਜਨਰਲੀ ਇਸ ਦੀ ਨਾ ਕੋਈ ਪ੍ਰੋਪਰ ਨਾ ਸੈਟਲਮੈਂਟ ਨਹੀਂ ਹੋਈ ਹਿਸਟੋਰੀਅਨਸ ਦੇ ਵਿੱਚ ਕਿ ਐਗਜ਼ੈਕਟ ਡੇਟ ਕਿਹੜੀ ਹੈ। ਜਨਰਲੀ ਕਿਹਾ ਜਾਂਦਾ ਹੈ ਕਿ ਇਹੀ ਡੇਟ ਹੈ from 1451 to 1526। ਇਸ ਦੌਰਾਨ ਲੁਧਿਆਣਾ ਬਣ ਗਿਆ ਸੀ। ਬਟ ਕੁਝ ਸੋਰਸਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੋਸਟ ਪ੍ਰੋਬਬਲੀ ਲੁਧਿਆਣਾ ਦੀ ਡੇਟ 1480 ਹੈਗੀ ਹੈ, ਠੀਕ ਹੈ। ਇਸ ਦੌਰਾਨ ਨਾ ਸਿਕੰਦਰ ਲੋਧੀ ਸੀਗਾ, ਉਹਨੇ ਦੋ ਆਪਣੇ ਜਿਹੜੇ ਚੀਫ ਸੀਗੇ, ਇੱਕ ਸੀਗਾ ਆਪਣਾ ਯੂਸਫ ਖਾਨ ਤੇ ਦੂਜਾ ਸੀਗਾ ਨਿਜਾਦ ਖਾਨ।
ਉਸਨੂੰ ਉਹਨਾਂ ਨੂੰ ਭੇਜਤਾ ਕਿ ਯਾਰ ਲੁਧਿਆਣਾ ਦੇ ਵਿੱਚ ਨਾ ਲਾਅ ਐਂਡ ਆਰਡਰ ਪ੍ਰੋਬਲਮ ਹੈਗੀ, ਉਸਨੂੰ ਸੈੱਟ ਕਰਿਓ, ਇਹ ਏਰੀਆ ਹੈ। ਤੇ ਦੋਨੋਂ ਗਏ ਉੱਥੇ, ਜਾ ਕੇ ਇਹਨਾਂ ਨੇ ਸੈਟਲਮੈਂਟ ਕਰਤੀ ਤੇ ਇਹਨਾਂ ਨੇ ਫਿਰ ਲੁਧਿਆਣਾ ਸ਼ਹਿਰ ਬਣਾਇਆ। ਇਸ ਤਰ੍ਹਾਂ ਕੋਈ ਲੈਜੈਂਡ ਹੈਗੀ, ਆਪਾਂ ਉਸ ਦੇ ਵਿੱਚ ਨਹੀਂ ਜਾਣਾ, ਬਸ ਇਹ ਧਿਆਨ ਰੱਖਣਾ ਹੈ ਕਿ ਲੋਧੀ ਸ਼ਾਸਕਾਂ ਨੇ ਹੀ ਬਣਾਇਆ, ਲੋਧੀ ਡਾਇਨੈਸਟੀ ਨੇ ਹੀ ਬਣਾਇਆ ਤੇ ਮੋਸਟ ਪ੍ਰੋਬਬਲੀ 1480 ਹੈਗਾ। ਜੇ ਤੁਹਾਡੀ ਆਪਸ਼ਨਸ ਦੇ ਵਿੱਚ 1480 ਲਿਖਿਆ ਹੁੰਦਾ ਪੇਪਰ ਦੇ ਵਿੱਚ, ਤੁਸੀਂ ਇਸ ਤੇ ਟਿਕ ਕਰਨਾ। ਜੇ ਲਿਖਿਆ ਹੁੰਦਾ ਹੈ ਕਿ 1451 to 1526, ਇਹ ਵੀ ਸਹੀ ਹੈ, ਠੀਕ ਹੈ, ਕਿਉਂਕਿ ਇਹ ਥੋੜਾ ਕੰਟਰੋਵਰਸ਼ੀਅਲ ਜੀ ਹੈਗੀ ਹੈ ਡੇਟ 1480। ਖੈਰ, ਇਟ ਵਾਸ ਫਾਊਂਡਡ ਬਾय ਦ ਮੈਂਬਰਸ ਆਫ ਲੋਧੀ ਡਾਇਨੈਸਟੀ, ਇਹ ਵੀ ਬਿਲਕੁਲ ਸਹੀ ਹੈ। ਆਨਸਰ ਇਸ ਦਾ ਬਣਦਾ ਹੈ ਸੀ, ਲੁਧਿਆਣਾ ਦਾ। ਠੀਕ ਹੈ ਜੀ, ਲੁਧਿਆਣਾ ਨੂੰ ਇੱਕ ਹੋਰ ਚੀਜ਼ ਕਹਿੰਦੇ ਆ। ਦੇਖੋ, ਤੁਹਾਨੂੰ ਪਤਾ ਹੈ ਵਰਲਡ ਬੈਂਕ ਨਾ ਪਹਿਲਾਂ ਕੱਢਦਾ ਸੀ ਈਜ਼ ਆਫ ਡੂਇੰਗ ਬਿਜ਼ਨਸ, ਤੇ ਵਰਲਡ ਬੈਂਕ ਦੀ ਰਿਪੋਰਟ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਈਜ਼ੀ ਡੂਇੰਗ ਬਿਜ਼ਨਸ ਹੈਗਾ ਲੁਧਿਆਣਾ ਦੇ ਵਿੱਚ। ਲੁਧਿਆਣਾ ਦੇ ਵਿੱਚ ਇਟ ਇਜ਼ ਦ ਈਜ਼ੀਐਸਟ ਟੂ ਡੂ ਬਿਜ਼ਨਸ ਫ੍ਰੈਂਡਲੀ ਪਲੇਸ ਹੈਗੀ ਆ, ਇਹ ਵਰਲਡ ਬੈਂਕ ਨੇ ਕਿਹਾ ਹੈ। ਤਾਂ ਠੀਕ ਠਾਕ ਅਚੀਵਮੈਂਟਸ ਹੈਗੀਆਂ ਆਪਣੇ ਲੁਧਿਆਣਾ ਕੋਲ। ਖੈਰ, ਇਸ ਕੁਐਸਚਨ ਦਾ ਆਨਸਰ ਹੈਗਾ ਸੀ। ਚਲੋ ਜੀ, ਕੁਐਸਚਨ ਨੰਬਰ 8, who excavated Indus Valley civilization site of Roopnagar? ਤੁਹਾਨੂੰ ਪਤਾ ਰੋਪੜ ਜਿਹੜੀ ਹੈਗੀ ਉਹ ਇੰਡਸ ਵੈਲੀ ਸਾਈਟ ਹੈ, ਇਸ ਦੀ ਐਕਸਕੇਵੇਸ਼ਨ ਕਿਹਨੇ ਕੀਤੀ ਹੈ? ਵਾਈ.ਡੀ. ਸ਼ਰਮਾ ਸਾਹਿਬ ਨੇ। ਸਿੰਪਲ ਆਨਸਰ ਹੈਗਾ, ਠੀਕ ਹੈ। ਹੜੱਪਾ ਦੀ ਜਿਹੜੀ ਉਹ ਸੀਗੀ ਐਕਸਕੇਵੇਸ਼ਨ, ਉਹ ਡੀ.ਆਰ. ਸਾਹਨੀ ਨੇ ਕੀਤੀ ਸੀਗੀ, ਤੇ ਆਪਣੇ ਆਰ.ਡੀ. ਬੈਨਰਜੀ ਸਾਹਿਬ ਨੇ ਮੋਹਿੰਜੋਦਾਰੋ ਦੀ ਕਰੀ ਹੈ, ਠੀਕ ਹੈ। ਤਾਂ ਵਾਈ.ਡੀ. ਸ਼ਰਮਾ ਰੋਪੜ ਦੀ ਇਹਨਾਂ ਨੇ ਐਕਸਕੇਵੇਸ਼ਨ ਕਰੀ ਹੈ, ਰੂਪਨਗਰ। ਠੀਕ ਹੈ ਜੀ, ਚਲੋ ਇਹ ਤਾਂ ਸੌਖਾ ਕੁਐਸਚਨ ਸੀਗਾ। ਹਾਂਜੀ, ਟ੍ਰੀਟੀ ਆਫ ਲਾਹੌਰ। ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਟ੍ਰੀਟੀ ਆਫ ਲਾਹੌਰ। Treaty of Lahore was the result of first Anglo-Sikh War। ठीक है, महाराजा रंजीत सिंह ਦੀ ਡੈਥ ਦੇ ਬਾਅਦ Anglo-Sikh War ਹੋਇਆ between Britishers and the Sikh Empire। ਠੀਕ ਹੈ, first Anglo-Sikh War ਦੇ ਦੌਰਾਨ ਮਹਾਰਾਜਾ ਆਫ ਲਾਹੌਰ ਸੀਗੇ ਮਹਾਰਾਜਾ ਦਲੀਪ ਸਿੰਘ ਜੀ, ਜਿਹੜੇ 7 ਸਾਲਾਂ ਦੇ ਸੀਗੇ ਬਸ ਉਸ ਵੇਲੇ। ਠੀਕ ਹੈ, ਤਾਂ ਵਾਰ ਹੋ ਗਿਆ, ਠੀਕ ਹੈ, ਬ੍ਰਿਟਿਸ਼ਰਸ ਦੀ ਵਿਕਟਰੀ ਹੋਈ। ਇੱਕ ਹਿਊਮਿਲੀਏਟਿੰਗ ਟ੍ਰੀਟੀ ਆਫ ਲਾਹੌਰ ਸਾਈਨ ਕੀਤੀ ਗਈ। ਇਟ ਵਾਸ ਸਾਈਨਡ ਬਿਟਵੀਨ ਮਹਾਰਾਜਾ ਦਲੀਪ ਸਿੰਘ ਐਂਡ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ। ਠੀਕ ਹੈ, ਜਿਹੜੇ ਗਵਰਨਰ ਜਨਰਲ ਸੀਗੇ ਈਸਟ ਇੰਡੀਆ ਕੰਪਨੀ ਦੇ। ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ। ਤੇ ਇਸ ਟ੍ਰੀਟੀ ਦੇ ਵਿੱਚ ਪਤਾ ਕੀ ਕਿਹਾ ਸੀ? ਇਟ ਵਾਸ ਅ ਹਿਊਮਿਲੀਏਟਿੰਗ ਟ੍ਰੀਟੀ ਫॉर द सिख्स। ਐਜ਼ ਪਰ ਦਿਸ ਟ੍ਰੀਟੀ ਮਹਾਰਾਜਾ ਆਫ ਲਾਹੌਰ ਹੈਡ ਟੂ ਸੀਡ ਆਲ ਟੈਰੀਟਰੀਜ਼ ਇਨ ਦ ਜਲੰਧਰ ਦੁਆਬ। ਜਿਹੜਾ ਦੁਆਬੇ ਵਾਲਾ ਰੀਜਨ ਹੈ ਅੱਜ ਪੰਜਾਬ ਦਾ, ਜਲੰਧਰ ਦੁਆਬ ਕਹਿੰਦੇ ਸੀ ਉਸ ਵੇਲੇ ਕੰਪਨੀ ਜਿਹੜੇ ਹਿਸਟੋਰੀਅਨ ਸੀਗੇ, ਉਹ ਪੂਰਾ ਦਾ ਪੂਰਾ ਉਸ ਦੇ ਵਿੱਚ ਫੋਰਟਸ ਟੈਰੀਟਰੀਜ਼ ਬ੍ਰਿਟਿਸ਼ਰਸ ਨੂੰ ਦੇਣੇ ਈਸਟ ਇੰਡੀਆ ਕੰਪਨੀ ਨੂੰ। ਤੇ ਸਤਲੁਜ ਦੇ ਈਸਟ ਵਾਲਾ ਜਿਹੜਾ ਏਰੀਆ ਹੈ ਉਸ ਤੇ ਤਾਂ ਕੋਈ ਕਲੇਮ ਨਹੀਂ ਹੈ ਮਹਾਰਾਜਾ ਆਫ ਲਾਹੌਰ ਦਾ। ਇਹ ਸਭ ਕੁਝ ਲਿਖਿਆ ਸੀ ਟ੍ਰੀਟੀ ਆਫ ਲਾਹੌਰ ਦੇ ਵਿੱਚ। ਤਾਂ ਇਹ ਵੀ ਸਟੇਟਮੈਂਟ ਸਹੀ ਹੈ, ਆਨਸਰ ਹੈਗਾ ਸੀ। ਇੱਕ ਹੋਰ ਚੀਜ਼ ਸੀਗੀ ਕਿ ਤੁਸੀਂ 60 ਲੱਖ ਰੁਪਏ ਵੀ ਦੇਣੇ ਆ ਸਾਨੂੰ, 60 ਲੱਖ ਰੁਪਇਆ ਮਹਾਰਾਜਾ ਆਫ ਲਾਹੌਰ ਨੇ ਦੇਣਾ ਹੈ ਟੂ ਬ੍ਰਿਟਿਸ਼ਰਸ ਐਜ਼ ਪਰ ਦ ਟ੍ਰੀਟੀ ਆਫ ਲਾਹੌਰ। ਠੀਕ ਹੈ ਜੀ, ਚਲੋ ਹੁਣ ਕੋਹੀਨੂਰ ਡਾਇਮੰਡ ਵਾਲਾ ਸਵਾਲ ਆ ਗਿਆ। ਵਿਚ ਆਫ ਦ ਫॉलोइंग ਸਟੇਟਮੈਂਟਸ ਰਿਗਾਰਡਿੰਗ ਕੋਹੀਨੂਰ ਡਾਇਮੰਡ ਇਜ਼ ਆਰ ਕਰੈਕਟ? ਠੀਕ ਹੈ, ਇਟ ਵਾਸ ਟੇਕਨ ਬਾय ਬ੍ਰਿਟਿਸ਼ ਫਰਮ ਮਹਾਰਾਜਾ ਦਲੀਪ ਸਿੰਘ ਇਨ 1849। 1849 ਦੇ ਵਿੱਚ ਹੁੰਦਾ ਸੈਕਿੰਡ ਐਂਗਲੋ ਸਿੱਖ ਵਾਰ, ਬ੍ਰਿਟਿਸ਼ਰਸ ਜਿੱਤ ਜਾਂਦੇ ਆ ਤੇ ਉਹ ਮਹਾਰਾਜਾ ਦਲੀਪ ਸਿੰਘ ਚੋਂ ਮਹਾਰਾਜਾ ਦਲੀਪ ਸਿੰਘ ਨੂੰ ਵੀ ਲੈ ਜਾਂਦੇ ਆ ਤੇ ਮਹਾਰਾਜਾ ਦਲੀਪ ਸਿੰਘ ਦੇ ਕੋਲ ਸੀਗਾ ਕੋਹੀਨੂਰ ਹੀਰਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਮਹਾਰਾਜਾ ਦਲੀਪ ਸਿੰਘ ਕੋਲੇ ਆਇਆ ਸੀ। ਠੀਕ ਹੈ, ਉਹ ਕੋਹੀਨੂਰ ਹੀਰਾ ਵੀ ਬ੍ਰਿਟਿਸ਼ਰ ਆਪਣੇ ਨਾਲ ਇੰਗਲੈਂਡ ਲੈ ਜਾਂਦੇ ਆ। ਬਿਲਕੁਲ ਸਹੀ ਹੈ। ਤੇ ਤੁਹਾਨੂੰ ਪਤਾ ਹੈ ਕੋਹੀਨੂਰ ਹੀਰਾ ਬਹੁਤ ਸਾਰੀ ਡਿਫਰੈਂਟ ਡਾਇਨੈਸਟੀਜ਼ ਚੋਂ ਗੁਜ਼ਰਿਆ। ਠੀਕ ਹੈ, ਤੁਹਾਨੂੰ ਪਤਾ ਸਭ ਤੋਂ ਪਹਿਲਾਂ ਇਸ ਦਾ ਜਿਹੜਾ ਰੈਫਰੈਂਸ ਹੈਗਾ ਇਹ ਕੋਹੀਨੂਰ ਹੀਰਾ, ਵਨ ਆਫ ਦ ਮੋਸਟ ਬਿਊਟੀਫੁਲ ਡਾਇਮੰਡ ਇਨ ਦ ਵਰਲਡ। ਇਹ ਸਭ ਤੋਂ ਪਹਿਲਾਂ ਇਸ ਦਾ ਰਿਕਾਰਡ ਹੈਗਾ ਆਂਧਰਾ ਦੇ ਵਿੱਚ ਨਾ ਇੱਕ ਡਾਇਨੈਸਟੀ ਹੁੰਦੀ ਸੀ, ਕਾਕਟੀਆ ਡਾਇਨੈਸਟੀ, ਵਾਰੰਗਲ ਦੇ ਵਿੱਚ। ਉਹਨਾਂ ਦੇ ਕੋਲ ਸੀਗਾ ਕਾਕਟੀਆ ਡਾਇਨੈਸਟੀ। ਕਾਕਟੀਆ ਡਾਇਨੈਸਟੀ ਤੇ ਅਟੈਕ ਕਰਤਾ ਅਲਾਉਦੀਨ ਖਲਜੀ ਨੇ ਤੇ ਕਾਕਟੀਆ ਨੂੰ ਹਰਾ ਕੇ ਕੋਹੀਨੂਰ ਹੀਰਾ ਲੈ ਲਿਆ। ਤਾਂ ਫਿਰ ਉਦੋਂ ਬਾਅਦ ਇਹ ਹੀਰਾ ਚਲਾ ਗਿਆ ਖਲਜੀਜ਼ ਕੋਲ, ਉਦੋਂ ਬਾਅਦ ਇਹ ਗਿਆ ਤੁਗਲਕਸ ਕੋਲ, ਪਰ ਇਹ ਦਿੱਲੀ ਪਿਆ ਰਿਹਾ। ਫਿਰ ਦਿੱਲੀ ਤੇ ਜਿਹੜਾ ਰਾਜਾ ਬੈਠਦਾ ਸੀ ਉਸ ਦੇ ਕੋਲ ਹੁੰਦਾ ਸੀ। ਐਂਡ ਦੇ ਵਿੱਚ ਆਏ ਮੁਗਲ। ਠੀਕ ਹੈ, ਮੁਗਲ ਕੋਲ ਸੀਗਾ। ਫਿਰ ਔਰੰਗਜ਼ੇਬ ਦੇ ਬਾਅਦ ਬੜੇ ਵੀਕ ਸੀਗਾ ਮੁਗਲ ਐਮਪਾਇਰ। ਮੁਗਲ ਦੇ ਉੱਤੇ ਅਟੈਕ ਕਰਿਆ ਈਰਾਨ ਦੇ ਨਾਦਰ ਸ਼ਾਹ ਨੇ। ਫਿਰ ਨਾਦਰ ਸ਼ਾਹ ਲੈ ਗਿਆ ਇਹ ਕੋਹੀਨੂਰ ਹੀਰਾ ਈਰਾਨ ਦੇ ਵਿੱਚ। ਠੀਕ ਹੈ, ਫਿਰ ਨਾਦਰ ਸ਼ਾਹ ਦਾ ਜਿਹੜਾ ਗ੍ਰੈਂਡਸਨ ਸੀਗਾ ਉਹਦੇ ਕੋਲ ਸੀਗਾ, ਤਾਂ ਨਾਦਰ ਸ਼ਾਹ ਦਾ ਐਮਪਾਇਰ ਬ੍ਰੇਕ ਹੋ ਗਿਆ ਸੀ ਜਾਂ ਕੁਝ ਹੋ ਗਿਆ ਸੀ। ਉਹਨੇ ਇਹ ਹੀਰਾ ਫੜਾਤਾ ਅਹਿਮਦ ਸ਼ਾਹ ਦੁਰਾਨੀ ਨੂੰ। ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈਗਾ, ਅਬਦਾਲੀ ਕੋਲ ਚਲਾ ਗਿਆ।
ਅਬਦਾਲੀ ਕੋਲੇ ਹੀ ਰਿਹਾ, ਫਿਰ ਇਹ ਅਫਗਾਨੀਆਂ ਕੋਲੇ ਰਿਹਾ ਕੋਹੀਨੂਰ ਹੀਰਾ। ਫਿਰ ਅਬਦਾਲੀਆਂ ਤੋਂ ਗਿਆ ਉਸਦੇ ਅਹਿਮਦ ਸ਼ਾਹ ਅਬਦਾਲੀ ਦੇ ਬੇਟੇ ਕੋਲ ਗਿਆ, ਫਿਰ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਕੋਲ ਗਿਆ ਜਿਹਦਾ ਨਾਮ ਸੀਗਾ ਸ਼ਾਹ ਸ਼ੁਜਾ ਦੁਰਾਨੀ। याद है आप पहली क्लास च कीता सी शाह शुजा दुरानी, ठीक है, महाराजा रणजीत सिंह ने हराया हुआ उसनु, ठीक है। तो शाह शुजा दुरानी SS दुरानी मैं लिख देना, ਉਹਦੇ ਕੋਲ ਚਲਾ ਗਿਆ। ਉਹਦੇ ਐਮਪਾਇਰ ਦੇ ਵਿੱਚ ਇੰਟਰਨਲ ਸਟੇਬਿਲਿਟੀ ਹੋ ਗਈ। ਉਹਦੇ ਭਾਈ ਮਤਲਬ ਉਹਦੇ ਜਿਹੜੇ ਭਰਾ ਰਿਲੇਟਿਵ ਸੀਗੇ ਉਹਨਾਂ ਨੇ ਸ਼ਾਹ ਸ਼ੁਜਾ ਦੁਰਾਨੀ ਨੂੰ ਹੀ ਬਾਹਰ ਕੱਢਤਾ। ਤਾਂ ਸ਼ਾਹ ਸ਼ੁਜਾ ਦੁਰਾਨੀ ਬਚਿਆ ਫਿਰਦਾ ਸੀ, ਮਹਾਰਾਜਾ ਰਣਜੀਤ ਸਿੰਘ ਕੋਲੇ ਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਪ੍ਰੋਟੈਕਸ਼ਨ ਦਿੱਤੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ ਹੈ ਤੂੰ ਮੈਨੂੰ ਪ੍ਰੋਟੈਕਸ਼ਨ ਦੇ ਰਿਹਾ, ਮੈਂ ਤੈਨੂੰ ਪ੍ਰੋਟੈਕਸ਼ਨ ਦੇ ਰਿਹਾ, ਪਰ ਬਦਲੇ ਦੇ ਵਿੱਚ ਤੂੰ ਮੈਨੂੰ ਕੋਹੀਨੂਰ ਹੀਰਾ ਫੜਾ। ਤਾਂ ਸ਼ਾਹ ਸ਼ੁਜਾ ਦੁਰਾਨੀ ਫਿਰ ਦਿੰਦਾ ਕੋਹੀਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ। ਤੇ ਫਿਰ ਤੁਹਾਨੂੰ ਅੱਗੇ ਦੀ ਕਹਾਣੀ ਤਾਂ ਪਤਾ ਹੀ ਹੈ। ਮਹਾਰਾਜਾ ਰਣਜੀਤ ਸਿੰਘ ਤੋਂ ਕੋਹੀਨੂਰ ਹੀਰਾ ਜਾਂਦਾ ਦਲੀਪ ਸਿੰਘ ਜੀ ਦੇ ਕੋਲ, ਤੇ ਉਸ ਤੋਂ ਬਾਅਦ ਫਿਰ ਬ੍ਰਿਟਿਸ਼ਰਸ ਕੋਲ। ਇਹ ਜਰਨੀ ਹੈਗੀ ਹੈ ਕੋਹੀਨੂਰ ਹੀਰੇ ਦੀ। ਸਭ ਤੋਂ ਪਹਿਲਾਂ ਆਂਧਰਾ ਦੇ ਵਿੱਚ ਵਰੰਗਲ ਦੇ ਵਿੱਚ ਹੁੰਦਾ। ਤਾਂ ਪਹਿਲੀ ਸਟੇਟਮੈਂਟ ਸਹੀ ਹੈ, ਇਟ ਵਾਸ ओरिजिनली ਇਨ ਪੋਜੈਸ਼ਨ ਆਫ ਕਾਕਟੀਆ ਡਾਇਨੈਸਟੀ ਆਫ ਆਂਧਰਾ। ਇਹ ਵੀ ਸਟੇਟਮੈਂਟ ਸਹੀ ਹੈ। ਆਨਸਰ ਬੈਠਦਾ ਆਪਣਾ ਸੀ, ਠੀਕ ਹੈ ਜੀ। ਚਲੋ ਫਿਰ ਇਸੇ ਦੇ ਨਾਲ ਅੱਜ ਸਾਡੇ MCQs, ਅੱਜ ਦੇ ਸਾਡੇ MCQs ਖਤਮ ਹੁੰਦੇ ਆ। ਆਈ ਹੋਪ ਇਹਨਾਂ ਨੇ ਥੋੜੀ ਬਹੁਤੀ ਵੈਲਿਊ ਐਡ ਕੀਤੀ ਹੈ। आई होप कि आई एम श्योर कि इन्होंने थोड़ी बहुती की ठीक ठाक वैल्यू ऐड करी है तुहाडी प्रिपरेशन दे विच। तुसीं प्लीज इसनूं अपने डेली रूटीन का हिस्सा बनाओ। मैं वादा करदा कि ये तुहाडी पंजाब जीके दी तैयारी नूं होर निखारांगे, ठीक है। डेली रूटीन का हिस्सा बनाओ इसनूं। ऑलराइट, चलो फिर चंगा जी, सारिआं नूं धन्नवाद, सत श्री अकाल।